ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਜੀਵਨ ਦੀ ਚੇਤਨਾ ਦੇ ਤਿੰਨ ਪੜਾਵ ਹਨ। ਗਣਿਤ, ਜੋ ਕਿ ਬੁੱਧੀ ਦਾ ਵਿਸ਼ਾ ਹੈ, ਮਸਤਿਸ਼ਕ ਦਾ ਵਿਸ਼ਾ ਹੈ, ਔਰ ਦੂਸਰਾ ਪੜਾਵ ਹੈ ਪ੍ਰੇਮ, ਜੋ ਕਿ ਹਿਰਦਾ ਦਾ ਵਿਸ਼ਾ ਹੈ, ਔਰ ਤੀਸਰਾ ਪੜਾਵ ਹੈ ਅਕਥ, ਜੋ ਬੁੱਧੀ ਔਰ ਹਿਰਦੇ ਤੋਂ ਪਰਾ ਹੈ। ਬੁੱਧੀ ਦੀ, ਮਸਤਿਸ਼ਕ ਦੀ ਐਸੀ ਕੋਈ ਵੀ ਸੰਭਾਵਨਾ ਨਹੀਂ ਹੈ ਕਿ ਉਹ ਪਰਮੇਸ਼ਵਰ ਨੂੰ ਪਕੜ ਸਕੇ, ਪਰਮੇਸ਼ਵਰ ਦਾ ਓਰ ਸ਼ੋਰ ਸਮਝ ਸਕੇ। ਉੱਥੇ ਤੱਕ ਪਹੁੰਚਦਿਆਂ ਪ੍ਰੇਮ ਦੇ ਵੀ ਖੰਭ ਟੁੱਟ ਜਾਂਦੇ ਨੇ। ਹਿਰਦਾ ਵੀ ਉੱਥੇ ਤੱਕ ਉਡਾਰੀ ਨਹੀਂ ਭਰ ਸਕਦਾ। ਤੇ ਫਿਰ ਇੱਥੇ ਬਹੁਤ ਹੀ ਔਖਾ ਹੋ ਜਾਂਦਾ ਹੈ ਕਿ ਜੋ ਅਕਥ ਹੈ ਉਸ ਨੂੰ ਕਥਨ ਕਰਨਾ। ਜੋ ਨਿਰਾਕਾਰ ਹੈ ਉਸ ਨੂੰ ਆਕਾਰ ਦੇ ਵਿੱਚ ਬਿਆਨ ਕਰਨਾ। ਉੱਥੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇੱਕ ਅੰਮ੍ਰਿਤ ਬਚਨ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਨਾਨਕ ਕਥਨਾ ਕਰੜਾ ਸਾਰ, ਬਹੁਤ ਹੀ ਕਰੜਾ ਹੈ ਉਸ ਅਕਥ ਦੇ ਸਾਰ ਨੂੰ ਕਥਨ ਕਰਨਾ। ਕਿਉਂਕਿ ਬੁੱਧੀ ਦਾ ਵਿਸ਼ਾ ਨਹੀਂ, ਮਸਤਿਸ਼ਕ ਦਾ ਵਿਸ਼ਾ ਨਹੀਂ, ਮਸਤਿਸ਼ਕ ਤੋਂ ਪਾਰ ਦੀ ਗੱਲ ਹੈ, ਔਰ ਹਿਰਦੇ ਵੀ ਉੱਥੇ ਤੱਕ ਅਪੜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ। ਤੇ ਉੱਥੇ ਤੱਕ ਪਹੁੰਚਣਾ ਜੀਵਨ ਚਾਹੁੰਦਾ ਹੈ। ਕਈ ਲੋਕੀ ਇਹ ਸਵਾਲ ਕਰਦੇ ਨੇ ਕਿ ਜੀਵਨ ਦੇ ਵਿੱਚ ਪਰਮੇਸ਼ਵਰ ਨੂੰ ਪਾਉਣ ਦੀ ਚਾਹਨਾ ਤੇ ਹੈ, ਪਰ ਇੱਕ ਸ਼ੰਕਾ ਵੀ ਹੈ ਕਿ ਪਰਮੇਸ਼ਵਰ ਹੈ ਜਾਂ ਨਹੀਂ ਹੈ। ਜਦੋਂ ਕੋਈ ਜੀਵਨ ਸ਼ੰਕਾ ਦੇ ਨਾਲ ਭਰਿਆ ਹੁੰਦਾ ਹੈ ਤੇ ਉਹ ਕਦੀ ਅਰਦਾਸ ਨਹੀਂ ਕਰ ਸਕਦਾ। ਤਰਕ ਦੇ ਨਾਲ ਭਰਿਆ ਹੋਇਆ ਹਿਰਦਾ ਪ੍ਰਾਰਥਨਾ ਨਹੀਂ ਕਰ ਸਕਦਾ। ਜਾਂ ਤਾਂ ਪੂਰਨ ਰੂਪ ਵਿੱਚ ਤਰਕ ਔਰ ਸ਼ੰਕਾ ਨਾਲ ਭਰ ਜਾਇਆ ਜਾਵੇ, ਉਸ ਸੀਮਾ ਤੱਕ ਪਹੁੰਚ ਜਾਇਆ ਜਾਵੇ ਜਿਸ ਤੋਂ ਹੋਰ ਅਗਾਂਹ ਤਰਕ ਕੀਤਾ ਹੀ ਨਹੀਂ ਜਾ ਸਕਦਾ, ਜਿਸ ਤੋਂ ਹੋਰ ਅਗਾਂਹ ਸ਼ੰਕਾ ਕੀਤੀ ਹੀ ਨਹੀਂ ਜਾ ਸਕਦੀ, ਭਰਮ ਕੀਤਾ ਹੀ ਨਹੀਂ ਜਾ ਸਕਦਾ। ਔਰ ਐਸੇ ਤਾਰਕਿਕ ਲੋਕ, ਅਸ਼ਰਧਕ ਲੋਕ ਸ਼ਰਧਾਵਾਨ ਬਣਦੇ ਹੋਏ ਵੇਖੇ ਨੇ, ਬਣਨਗੇ ਹੀ। ਕਿਉਂਕਿ ਜਦੋਂ ਜੀਵਨ ਦੇ ਵਿੱਚ ਇਹ ਸਵਾਲ ਪੈਦਾ ਹੋਇਆ ਵੀ ਪ੍ਰਮਾਤਮਾ ਨਹੀਂ ਹੈ, ਤੇ ਉਸ ਦਾ ਕਾਰਨ ਕੀ ਹੈ? ਉਸ ਦਾ ਕਾਰਨ ਹੈ ਵੀ ਪ੍ਰਮਾਤਮਾ ਦੀ ਕਿਤੇ ਨਾ ਕਿਤੇ ਖੋਜ ਜਾਰੀ ਹੈ। ਨਹੀਂ ਤੇ ਫਿਰ ਇਸ ਸਵਾਲ ਦੇ ਪੈਦਾ ਹੋਣ ਦਾ ਸਵਾਲ ਹੀ ਕੋਈ ਨਹੀਂ ਸੀ।
ਔਰ ਜਦੋਂ ਐਸਾ ਤਾਰਕਿਕ ਮਨੁੱਖ ਉਸ ਤਰਕ ਦੇ ਅੰਤਿਮ ਸੀਮਾ ਤੱਕ ਪਹੁੰਚ ਜਾਏਗਾ ਤੇ ਫਿਰ ਉਹ ਆਪ ਹੀ ਸ਼ਰਧਾ ਦੇ ਮਾਰਗ ਤੇ ਤੁਰਨਾ ਆਰੰਭ ਕਰ ਦੇਗਾ। ਐਸੇ ਅਸ਼ਰਧਕ ਲੋਕ ਸ਼ਰਧਾਵਾਨ ਬਣਦੇ ਹੋਏ ਵੇਖੇ ਨੇ ਔਰ ਪਰਮੇਸ਼ਵਰ ਦੇ ਵਿੱਚ ਲੀਨ ਹੁੰਦੇ ਹੋਏ ਵੀ ਵੇਖੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਇਸ ਗੱਲ ਦਾ ਪ੍ਰਮਾਣ ਬਖਸ਼ਿਸ਼ ਕਰਦੀ ਹੈ, ਜਿਸ ਵਿੱਚ ਸਤਿਗੁਰੂ ਗੁਰੂ ਗਰੀਬ ਨਿਵਾਜ ਹਰ ਹਰ ਕਰਤ ਪੂਤ ਨਾ ਧਰੀ, ਬਾਲ ਘਾਤਨੀ ਕਪਟੈ ਭਰੀ। ਕਪਟ ਦੀ ਉਸ ਸੀਮਾ ਤੱਕ ਪਹੁੰਚ ਗਈ ਜਿਸ ਤੋਂ ਅੱਗੇ ਪਹੁੰਚਿਆ ਹੀ ਨਹੀਂ ਜਾ ਸਕਦਾ। ਜੋ ਪੂਰਨ ਰੂਪ ਦੇ ਵਿੱਚ ਕਪਟ ਵਿੱਚ ਡੁੱਬ ਗਈ, ਔਰ ਜਦੋਂ ਤੱਕ ਕੋਈ ਪੂਰਨ ਰੂਪ ਵਿੱਚ ਦਰਿਆ ਵਿੱਚ ਡੁੱਬਦਾ ਨਹੀਂ, ਬਾਹਰ ਨਿਕਲਣ ਦਾ ਸਵਾਲ ਨਹੀਂ ਹੁੰਦਾ। ਤੁਸੀਂ ਕਿਸੇ ਦਰਿਆ ਦੇ ਵਿੱਚ ਇਸ਼ਨਾਨ ਕਰਨ ਲਈ ਵੜੇ ਹੋ ਤੇ ਜਦ ਤੱਕ ਪੂਰੀ ਚੁੱਭੀ ਨਹੀਂ ਲਾਉਂਦੇ ਬਾਹਰ ਨਹੀਂ ਨਿਕਲਦੇ। ਇਸੇ ਤਰ੍ਹਾਂ ਚੁੱਭੀ ਭਾਵੇਂ ਸ਼ਰਧਾ ਵਿੱਚ ਲਾਈ ਜਾਵੇ, ਭਾਵੇਂ ਅਸ਼ਰਧਾ ਵਿੱਚ ਲਾਈ ਜਾਵੇ, ਪੂਰੀ ਲਾਈ ਜਾਵੇ, ਤਰਕ ਦੀਆਂ ਉਹ ਸਾਰੀਆਂ ਸੀਮਾਵਾਂ ਤੋੜ ਦਿੱਤੀਆਂ ਜਾਣ। ਅਗਰ ਕੋਈ ਤਰਕ ਕਰ ਰਿਹਾ ਹੈ ਤੇ ਪੂਰਾ ਕਰੇ, ਅਗਰ ਕੋਈ ਭਰਮ ਕਰ ਰਿਹਾ ਹੈ ਤੇ ਪੂਰਾ ਕਰੇ। ਔਰ ਸ਼ਰਧਾਵਾਨ ਲੋਕੀ ਅਧੂਰੀ ਸ਼ਰਧਾ ਕਰਦੇ ਨੇ ਔਰ ਅਸ਼ਰਧਿਕ ਲੋਕ ਅਧੂਰੀ ਅਸ਼ਰਧਾ ਕਰਦੇ ਨੇ। ਇਸੇ ਕਰਕੇ ਜੀਵਨ ਅੱਧ ਬਚਦਾ ਰਹਿ ਜਾਂਦਾ ਹੈ, ਨਾ ਸ਼ਰਧਾ ਵਿੱਚ ਪੂਰਾ ਡੁੱਬ ਪਾਉਂਦਾ ਹੈ, ਨਾ ਅਸ਼ਰਧਾ ਵਿੱਚ ਪੂਰਾ ਡੁੱਬ ਪਾਉਂਦਾ ਹੈ। ਔਰ ਇਹਨਾਂ ਦੋਵਾਂ ਦੇ ਵਿੱਚ ਪੂਰਾ ਨਾ ਡੁੱਬਣ ਕਰਕੇ ਜੀਵਨ ਪੂਰਨਤਾ ਨੂੰ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਗੁਰੂ ਗਰੀਬ ਨਿਵਾਜ ਜੋ 3 ਪੜਾਵ ਇਸ ਜੀਵਨ ਦੇ ਦੱਸਦੇ ਨੇ, ਉਸ ਵਿੱਚ ਪਹਿਲਾ ਪੜਾਵ ਹੈ ਦ੍ਰਿਸ਼, ਦੂਸਰਾ ਪੜਾਵ ਹੈ ਦਰਸ਼ਕ ਔਰ ਤੀਸਰਾ ਪੜਾਵ ਹੈ ਦ੍ਰਿਸ਼ਟਾ ਦਾ। ਇਸ ਸੰਸਾਰ ਦੇ ਵਿੱਚ ਬਹੁਤਾ ਜੀਵਨ ਦ੍ਰਿਸ਼ ਬਣ ਕੇ ਜਿਉਇਆ ਜਾ ਰਿਹਾ ਹੈ। ਐਗਜ਼ਿਬਿਨਿਸਟ ਜਿਹਨੂੰ ਵਿਗਿਆਨਿਕ ਕਹਿੰਦੇ ਨੇ, ਮਨੋਵਿਗਿਆਨਿਕ ਉਸ ਨੂੰ ਪ੍ਰਦਰਸ਼ਨਕਾਰੀ ਲੋਕ ਕਹਿੰਦੇ ਨੇ। ਆਪਣੇ ਜੀਵਨ ਦੀ ਪ੍ਰਦਰਸ਼ਨੀ ਨੂੰ ਲਾ ਕੇ ਜਿਉਣਾ, ਹਰ ਵਕਤ ਆਪਣੇ ਜੀਵਨ ਦਾ ਪ੍ਰਦਰਸ਼ਨ ਕਰਨਾ, ਭਾਵੇਂ ਉਹ ਸਮਾਜਿਕ ਰੂਪ ਵਿੱਚ ਹੋਵੇ, ਭਾਵੇਂ ਉਹ ਧਾਰਮਿਕ ਰੂਪ ਵਿੱਚ ਹੋਵੇ। ਜਦੋਂ ਜੀਵਨ ਬੁੱਧੀ ਮਸਤਿਸ਼ਕ ਦੇ ਤਲ ਤੇ ਜਿਉਂਦਾ ਹੈ ਤੇ ਜੀਵਨ ਐਗਜ਼ਿਬਿਨਿਸਟ ਬਣ ਜਾਂਦਾ ਹੈ, ਪ੍ਰਦਰਸ਼ਨਕਾਰੀ ਬਣ ਜਾਂਦਾ ਹੈ, ਦ੍ਰਿਸ਼ ਬਣ ਜਾਂਦਾ ਹੈ। ਆਪਣੇ ਆਪ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਨ ਦੀ ਇੱਕ ਹੋੜ ਜਾਰੀ ਹੋ ਜਾਂਦੀ, ਦੌੜ ਸ਼ੁਰੂ ਹੋ ਜਾਂਦੀ ਕਿ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਾਂ, ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਸੰਸਾਰ ਦੇ ਸਾਹਮਣੇ ਲਿਆਵਾਂ, ਆਪਣੀ ਪ੍ਰਦਰਸ਼ਨੀ ਲਾਵਾਂ। ਉਸ ਪ੍ਰਦਰਸ਼ਨੀ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਆਪਣੇ ਰੂਪ ਤੋਂ ਸ਼ੁਰੂ ਹੁੰਦੀ। ਭਾਈ ਗੁਰਦਾਸ ਜੀ ਦਾ ਜੋ ਬਚਨ ਹੈ ਬਹੁਤ ਹੀ ਕਮਾਲ ਦਾ, ਜਿਸ ਵਿੱਚ ਭਾਈ ਗੁਰਦਾਸ ਕਹਿੰਦੇ ਰੂਪਹੀਨ, ਕੁਲਹੀਨ, ਗੁਣਹੀਨ, ਗਿਆਨਹੀਨ, ਸੋਭਾਹੀਨ, ਤਪਹੀਨ, ਭਾਗਹੀਨ, ਬਾਵਰੀ। ਸਭ ਤੋਂ ਪਹਿਲਾ ਬਚਨ ਭਾਈ ਗੁਰਦਾਸ ਕਰਦੇ ਨੇ ਰੂਪਹੀਨ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰਨਾਈ। ਇਸੇ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰੂਪ ਦੇਖ ਦੇਖ ਨਾਰੀ। ਆਪਣੇ ਆਪ ਨੂੰ ਪ੍ਰਦਰਸ਼ਿਤ ਕਰਨਾ, ਇਹ ਨਾਰੀ ਦਾ ਇੱਕ ਗੁਣ ਹੈ ਜਿਸ ਵਿੱਚ ਪੁਰਸ਼ ਵੀ ਸ਼ਾਮਲ ਹਨ।
ਕਿਸੇ ਤਰੀਕੇ ਦੇ ਨਾਲ ਮੈਂ ਸੰਸਾਰ ਦੀਆਂ ਨਿਗਾਹਾਂ ਦੇ ਵਿੱਚ ਆ ਜਾ, ਨਜ਼ਰਾਂ ਵਿੱਚ ਆ ਜਾ, ਔਰ ਮੇਰੀ ਉਪਮਾ ਹੋਵੇ, ਮੇਰੀ ਵਾਹ-ਵਾਹੀਅਤ ਹੋਵੇ। ਔਰ ਇਸੇ ਦੌੜ ਦੇ ਵਿੱਚ ਸੰਸਾਰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਆਪਣੇ ਸ਼ਿੰਗਾਰ ਕਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਰਾਗ ਦਾ ਪਹਿਲਾ ਹੀ ਸ਼ਬਦ ਜਿਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਬਿਆਨ ਕਰਦੇ ਨੇ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹਿ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪਿਆ ਵੈ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨ ਆਵੈ ਨਾਉ, ਹਰ ਬਿਨ ਜੀਉ ਜਲ ਬਲ ਜਾਉ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰੇ ਨਾਹੀ ਥਾਉ, ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ, ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ। ਐਸੀ ਪ੍ਰਦਰਸ਼ਨੀ ਰਾਏਪੁਰ ਦੇ ਵਿੱਚ ਮੈਂ ਕਿਸੇ ਦੇ ਘਰ ਮਹਿਮਾਨ ਸੀ ਕੁਝ ਕੁ ਦਿਨਾਂ ਲਈ। ਘਰ ਇੰਨਾ ਵੱਡਾ ਸੀ ਵੀ ਉਹਨਾਂ ਦੇ ਬੈੱਡਰੂਮ ਤੱਕ ਗੱਡੀ ਜਾਂਦੀ ਸੀ। ਬੈੱਡਰੂਮ ਦੇ ਵਿੱਚ ਜੋ ਪ੍ਰਦਰਸ਼ਨੀ ਲਾਈ ਹੋਈ ਸੀ ਉਹਨੇ, ਕਰੋੜਾਂ ਰੁਪਏ ਦਾ ਉਸ ਦਾ ਬੈੱਡ ਔਰ ਹੋਰ ਚੀਜ਼ਾਂ ਉਸ ਦੇ ਕਮਰੇ ਦੇ ਵਿੱਚ ਜੋ ਉਹ ਵਿਖਾ ਰਿਹਾ ਸੀ। ਤੇ ਮੈਂ ਉਹਨੂੰ ਕਿਹਾ ਵੀ ਆ ਦਰੀ ਕਾਹਦੇ ਵਾਸਤੇ ਰੱਖੀ ਆ, ਵੀ ਜੇ ਇੰਨਾ ਮਹਿੰਗਾ ਬੈੱਡ ਖਰੀਦੇ ਆ ਫਿਰ 250, 300, 400 ਦੀ ਆ ਗੱਡੀ ਕਾਹਤੇ, ਦਰੀ ਕਾਹਤੇ ਰੱਖੀ। ਕਹਿੰਦਾ ਜੀ ਡਾਕਟਰ ਨੇ ਬੈੱਡ ਪਰ ਸੌਣ ਨੂੰ ਮਨਾ ਕੀਤਾ, ਜ਼ਮੀਨ ਤੇ ਦਰੀ ਵਿਛਾ ਕੇ ਸੌਣਾ। ਜਦੋਂ ਜੀਵਨ ਸਿਰਫ ਤੇ ਸਿਰਫ ਪ੍ਰਦਰਸ਼ਨਕਾਰੀ ਬਣ ਜਾਏ, ਜਿਹੜੀ ਚੀਜ਼ ਦੀ ਲੋੜ ਹੀ ਨਹੀਂ, ਜਿਸ ਵਸਤੂ ਦੀ ਜ਼ਰੂਰਤ ਹੀ ਨਹੀਂ, ਉਸ ਵਸਤੂ ਨੂੰ ਆਪਣੇ ਜੀਵਨ ਦੇ ਵਿੱਚ ਸਿਰਫ ਪ੍ਰਦਰਸ਼ਨ ਵਾਸਤੇ ਇਕੱਠਾ ਕਰਕੇ ਰੱਖੇ, ਤੇ ਫਿਰ ਐਸੇ ਜੀਵਨ ਦੇ ਅੰਦਰ ਦ੍ਰਿਸ਼ ਪ੍ਰਗਟ ਹੋ ਜਾਂਦਾ ਹੈ। ਔਰ ਜਦੋਂ ਦ੍ਰਿਸ਼ ਅਸੀਂ ਆਪਣਾ ਵੀ ਵੇਖਣਾ ਹੈ ਤੇ ਕਿਸੇ ਦੂਸਰੇ ਦੀ ਲੋੜ ਹੈ, ਅਗਰ ਸਾਡੇ ਸਾਹਮਣੇ ਦੂਸਰਾ ਦਰਪਣ ਪਿਆ, ਮਿਰਰ ਪਿਆ, ਤੇ ਉਹ ਸਾਨੂੰ ਸਾਡੀ ਤਸਵੀਰ ਦਿਖਾਉਂਦਾ ਹੈ। ਸਾਡੀ ਤਸਵੀਰ ਐਸੀ ਹੈ ਇਸ ਕਰਕੇ ਦਰਪਣ ਨਹੀਂ ਵਿਖਾਉਂਦਾ, ਉਹ ਦਰਪਣ ਦੀ ਕੁਆਲਿਟੀ ਤੇ ਡਿਪੈਂਡ ਕਰਦਾ ਹੈ ਵੀ ਉਹ ਸਾਡੀ ਤਸਵੀਰ ਕਿਹੋ ਜਿਹੀ ਦਿਖਾਉਂਦਾ ਹੈ। ਤੁਸੀਂ ਕਈ ਦਰਪਣ ਵੇਖੇ ਹੋਣਗੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਵੇਖੋ ਤੇ ਕਈਆਂ ਵਿੱਚ ਲੱਤਾਂ ਵੱਡੀਆਂ ਹੋ ਜਾਂਦੀਆਂ ਨੇ, ਕਈਆਂ ਵਿੱਚ ਸਿਰ ਲੰਬਾ ਹੋ ਜਾਂਦਾ ਹੈ, ਕਈਆਂ 'ਚ ਢਿੱਡ ਵੱਡਾ ਹੋ ਜਾਂਦਾ ਹੈ। ਉਹ ਦਰਪਣ ਦੀ ਕੁਆਲਿਟੀ ਤੇ ਡਿਪੈਂਡ ਕਰਦਾ ਹੈ ਵੀ ਉਹ ਸਾਨੂੰ ਕਿਹੋ ਜਿਹਾ ਦ੍ਰਿਸ਼ ਦਿਖਾ ਰਹੇ ਹੈ। ਦ੍ਰਿਸ਼ ਤਾਂ ਸਾਡਾ ਜਿੱਥੇ ਅਸੀਂ ਬੈਠੇ ਹਾਂ ਉੱਥੇ ਵੀ ਗਿਰ ਰਹੇ ਹੈ, ਪਰ ਉੱਥੇ ਸਾਨੂੰ ਪਰਛਾਵੇਂ ਦੇ ਰੂਪ ਦੇ ਵਿੱਚ ਦਿਸਦਾ ਕਾਲੇ ਰੰਗ ਦਾ। ਕਈ ਥਾਵਾਂ ਦੇ ਵਿੱਚ ਦ੍ਰਿਸ਼ ਦਿਖਾਉਣ ਦੀ ਕੁਆਲਿਟੀ ਨਹੀਂ ਹੁੰਦੀ। ਜਦੋਂ ਅਸੀਂ ਸੰਸਾਰ ਤੋਂ ਆਪਣੇ ਆਪ ਨੂੰ ਵੇਖਣ ਦਾ ਯਤਨ ਕਰਦੇ ਹਾਂ ਵੀ ਕੋਈ ਦੂਸਰਾ ਸਾਨੂੰ ਵੇਖ ਕੇ ਸਾਡੇ ਬਾਰੇ ਦੱਸੇ, ਤੇ ਫਿਰ ਉੱਥੇ ਮੈਂ ਨਹੀਂ ਹੁੰਦਾ, ਉੱਥੇ ਦੂਸਰਾ ਹੁੰਦਾ ਹੈ। ਉਸ ਦੀ ਰਿਫਲੈਕਸ਼ਨ ਦੇ ਰਾਹੀਂ ਮੈਂ ਆਪਣੇ ਆਪ ਨੂੰ ਵੇਖਣ ਦਾ ਯਤਨ ਕਰ ਰਿਹਾ ਹੁੰਦਾ, ਔਰ ਉਸ ਦੀ ਰਿਫਲੈਕਸ਼ਨ ਦੇ ਵਿੱਚੋਂ ਮੈਂ ਆਪਣੇ ਆਪ ਨੂੰ ਉਹੋ ਜਿਹਾ ਵੇਖਣ ਦਾ ਯਤਨ ਕਰਦਾ ਜਿਹੋ ਜਿਹਾ ਮੈਂ ਉਸ ਤੋਂ ਸੁਣਨਾ ਚਾਹੁੰਦਾ। ਔਰ ਅਗਰ ਕੋਈ ਉਸ ਤੋਂ ਵਿਪਰੀਤ ਜਵਾਬ ਦੇਵੇ ਤੇ ਫਿਰ ਹੋ ਸਕਦਾ ਹੈ ਮੈਨੂੰ ਕ੍ਰੋਧ ਵੀ ਆ ਜਾਏ, ਹੋ ਸਕਦਾ ਹੈ ਮੈਨੂੰ ਈਰਖਾ ਵੀ ਹੋਵੇ। ਸੋ ਬਹੁਤਾ ਸੰਸਾਰ ਦ੍ਰਿਸ਼ ਬਣ ਕੇ ਜਿਉ ਰਿਹਾ ਹੈ ਜੋ ਦੂਸਰਿਆਂ ਦੇ ਰਾਹੀਂ ਆਪਣੇ ਆਪ ਨੂੰ ਬਿਆਨ ਕਰਵਾਉਣਾ ਚਾਹੁੰਦਾ ਹੈ।
ਜੋ ਦੂਸਰਿਆਂ ਦੇ ਮੁਖ ਤੋਂ ਆਪਣੀ ਉਸਤਤ ਸੁਣਨੀ ਚਾਹੁੰਦਾ ਹੈ, ਆਪਣੀ ਵਡਿਆਈ ਸੁਣਨੀ ਚਾਹੁੰਦਾ ਹੈ, ਜੋ ਦੂਸਰਿਆਂ ਦੇ ਮੁਖੋਂ ਆਪਣੇ ਆਪ ਨੂੰ ਵਡਿਆਉਣਾ ਚਾਹੁੰਦਾ ਹੈ। ਔਰ ਐਸਾ ਤਕਰੀਬਨ 90% ਇਸ ਸੰਸਾਰ ਦੇ ਲੋਕਾਂ ਦੇ ਵਿੱਚ ਵੇਖਣ ਵਿੱਚ ਆਉਂਦਾ ਹੈ, ਜੋ ਆਪਣੇ ਜੀਵਨ ਨੂੰ ਸਿਰਫ ਤੇ ਸਿਰਫ ਦ੍ਰਿਸ਼ ਦੇ ਰੂਪ ਦੇ ਵਿੱਚ ਜਿਉਂ ਕੇ ਤੇ ਸੰਸਾਰ ਤੋਂ ਰੁਖਸਤ ਹੋ ਜਾਂਦੇ। ਜਿਨ੍ਹਾਂ ਆਪਣੇ ਜੀਵਨ ਨੂੰ ਸਿਰਫ ਤੇ ਸਿਰਫ ਦ੍ਰਿਸ਼ ਦੇ ਰੂਪ ਵਿੱਚ ਵੇਖਿਆ, ਉਹਨਾਂ ਉਹ ਵੇਖਿਆ ਜੋ ਹੈ ਹੀ ਨਹੀਂ ਸੀ। ਜਿਸ ਤਰ੍ਹਾਂ ਆਕਾਸ਼ ਵਿੱਚ ਚੰਦਰਮਾ ਹੋਵੇ ਔਰ ਉਸ ਦਾ ਪ੍ਰਤੀਬਿੰਬ ਕਿਸੇ ਝੀਲ ਦੇ ਵਿੱਚ ਪੈ ਰਿਹਾ ਹੋਵੇ। ਮੈਲਬਨ ਜਾਂ ਆਸਟ੍ਰੇਲੀਆ ਦੇ ਵਿੱਚ ਕਈ ਝੀਲਾਂ ਹੋਣਗੀਆਂ ਜਿਨ੍ਹਾਂ ਵਿੱਚ ਇੱਕ ਚੰਦਰਮਾ ਦਾ ਪ੍ਰਤੀਬਿੰਬ ਪਵੇਗਾ, ਪਰ ਉਹ ਸਿਰਫ ਤੇ ਸਿਰਫ ਪ੍ਰਤੀਬਿੰਬ ਹੋਵੇਗਾ, ਚੰਦਰਮਾ ਨਹੀਂ ਹੋਵੇਗਾ, ਉਹ ਸਿਰਫ ਰਿਫਲੈਕਸ਼ਨ ਹੋਵੇਗਾ। ਇਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ ਵੇਖਦੇ ਹੀ ਨਹੀਂ, ਸਿਰਫ ਆਪਣੀ ਰਿਫਲੈਕਸ਼ਨ ਨੂੰ ਵੇਖ ਕੇ ਦੁਨੀਆ ਤੋਂ ਰੁਖਸਤ ਹੋ ਜਾਂਦੇ, ਸਿਰਫ ਦ੍ਰਿਸ਼ ਵੇਖ ਕੇ ਦੁਨੀਆ ਤੋਂ ਚਲੇ ਜਾਂਦੇ ਆ, ਜੋ ਹੈ ਹੀ ਨਹੀਂ ਸੀ। ਇਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਸਾਡੀ ਦ੍ਰਿਸ਼ਟੀ ਉੱਥੇ ਹੈ ਜਿੱਥੇ ਕੁਝ ਹੈ ਹੀ ਨਹੀਂ। ਮੈਂ ਉਹ ਵੇਖ ਰਿਹਾ ਹਾਂ ਜੋ ਹੈ ਹੀ ਨਹੀਂ। ਇਸ ਨੂੰ ਗੁਰੂ ਸਾਹਿਬ ਮਿਥਿਆ ਕਹਿੰਦੇ ਨੇ। ਮਿਥਿਆ ਇਹ ਸੰਸਾਰੋਂ, ਮੈਂ ਤੇ ਕਹਿਣਾ ਮੈਂ ਤੇ ਆਪਣੇ ਆਪ ਨੂੰ ਵੇਖਿਆ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਤੂੰ ਆਪਣੇ ਆਪ ਨੂੰ ਨਹੀਂ, ਆਪਣੇ ਦ੍ਰਿਸ਼ ਨੂੰ ਵੇਖਿਆ, ਆਪਣੇ ਪਰਛਾਵੇਂ ਨੂੰ ਵੇਖਿਆ, ਆਪਣੇ ਆਪ ਨੂੰ ਤਾਂ ਵੇਖਿਆ ਹੀ ਨਹੀਂ। ਕਿਉਂ? ਕਿਉਂਕਿ ਤੂੰ ਆਪਣੇ ਆਪ ਨੂੰ ਕਿਸੇ ਹੋਰ ਦੇ ਰਾਹੀਂ ਵੇਖਣ ਦਾ ਯਤਨ ਕਰਦਾ ਰਿਹਾ। ਔਰ ਜਦੋਂ ਕਿਸੇ ਹੋਰ ਦੇ ਰਾਹੀਂ ਵੇਖਾਂਗੇ, ਬਿਲਕੁਲ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਕਿਸੇ ਝੀਲ ਦੇ ਵਿੱਚ ਕਿਸੇ ਚੰਦਰਮਾ ਦੇ ਪਰਛਾਵੇਂ ਨੂੰ ਵੇਖਿਆ ਜਾ ਰਿਹਾ ਹੋਵੇ, ਤੇ ਉਹ ਪਰਛਾਵਾਂ ਸੱਚਾ ਨਹੀਂ, ਉਹ ਝੂਠਾ ਹੈ। ਉੱਥੇ ਨਾ ਤੇ ਚੰਦਰਮਾ ਹੈ, ਨਾ ਤੇ ਚੰਦਰਮਾ ਦਾ ਅਸਲ ਸਵਰੂਪ ਹੈ। ਇਸੇ ਤਰ੍ਹਾਂ ਅਸੀਂ ਜਦੋਂ ਸੰਸਾਰ ਤੋਂ ਐਕਸਪੈਕਟ ਕਰਦੇ ਹਾਂ, ਆਪਣੇ ਪਰਛਾਵੇਂ ਨੂੰ ਵੇਖਣ ਦਾ ਯਤਨ ਕਰਦੇ ਹਾਂ, ਆਪਣੇ ਦ੍ਰਿਸ਼ ਨੂੰ ਵੇਖਣ ਦਾ ਯਤਨ ਕਰਦੇ, ਤੇ ਫਿਰ ਸਾਰੇ ਦਾ ਸਾਰਾ ਜੀਵਨ ਸਾਡਾ ਮਿਥਿਆ ਨਜ਼ਰ ਆਉਂਦਾ। ਇਸ ਨੂੰ ਗੁਰੂ ਸਾਹਿਬ ਕਹਿੰਦੇ ਵੀ ਤੂੰ ਆਪਣੇ ਅਸਲ ਜੀਵਨ ਨੂੰ ਵੇਖਿਆ ਹੀ ਨਹੀਂ। ਔਰ ਦੂਸਰਾ ਪੜਾਵ ਇਸ ਜੀਵਨ ਦਾ ਹੈ ਦਰਸ਼ਕ। ਜਾਂ ਤੇ ਦ੍ਰਿਸ਼ ਬਣ ਕੇ ਜਿਉ ਰਿਹਾ ਹੈ ਸੰਸਾਰ, ਜਾਂ ਦਰਸ਼ਕ ਬਣ ਕੇ ਜਿਉ ਰਿਹਾ। ਦਰਸ਼ਕ ਔਰ ਦ੍ਰਿਸ਼ਟਾ ਦੇ ਵਿੱਚ ਭੇਦ ਹੈ, ਸੂਖਸ਼ਮ ਭੇਦ ਹੈ, ਪਰ ਉਹ ਭੇਦ ਜ਼ਮੀਨ ਅਸਮਾਨ ਜਿਹਾ ਭੇਦ ਹੈ। ਵੇਖਣ ਵਿੱਚ ਸੂਖਸ਼ਮ ਹੈ, ਦਰਸ਼ਕ ਔਰ ਦ੍ਰਿਸ਼ਟਾ ਵਿੱਚ ਫਰਕ ਨਹੀਂ ਜਾਪਦਾ, ਪਰ ਦਰਸ਼ਕ ਔਰ ਦ੍ਰਿਸ਼ਟਾ ਵਿੱਚ ਇਹ ਫਰਕ ਹੈ ਕਿ ਦਰਸ਼ਕ ਦੀ ਦ੍ਰਿਸ਼ਟੀ ਦੂਸਰੇ ਤੇ ਹੈ। ਜਿਸ ਤਰ੍ਹਾਂ ਦ੍ਰਿਸ਼ ਵੀ ਮੈਂ ਦੂਸਰੇ ਦੇ ਰਾਹੀਂ ਵੇਖਣ ਦਾ ਯਤਨ ਕਰ ਰਿਹਾ ਹਾਂ, ਉਸੇ ਤਰ੍ਹਾਂ ਮੈਂ ਦੂਸਰੇ ਦੇ ਜੀਵਨ ਨੂੰ ਹੀ ਵੇਖ ਰਿਹਾ ਹਾਂ, ਆਪਣੇ ਜੀਵਨ ਨੂੰ ਨਹੀਂ ਵੇਖ ਰਿਹਾ। ਦੂਸਰੇ ਦੇ ਜੀਵਨ ਨੂੰ ਵੇਖ ਕੇ ਪ੍ਰਭਾਵਿਤ ਹੋ ਰਿਹਾ ਹਾਂ, ਔਰ ਦੂਸਰੇ ਦੇ ਜੀਵਨ ਨੂੰ ਵੇਖ ਕੇ ਆਪਣੇ ਜੀਵਨ ਨੂੰ ਵੀ ਉਹੋ ਜਿਹਾ ਹੀ ਤਬਦੀਲ ਕਰਨ ਦਾ ਯਤਨ ਕਰ ਰਿਹਾ ਹਾਂ। ਬਿਲਕੁਲ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਇੱਕ ਗੁਲਾਬ ਦਾ ਫੁੱਲ ਗੇਂਦਾ ਬਣਨ ਦਾ ਯਤਨ ਕਰੇ। ਸੁੰਦਰਤਾ ਦੋਨਾਂ ਦੇ ਵਿੱਚ ਇੱਕ ਹੈ। ਸੁੰਦਰਤਾ ਉਸ ਦੀ ਖਿੜਾਵ ਦੀ ਹੈ, ਸੁੰਦਰਤਾ ਉਸ ਦੇ ਸੁਭਾਵ ਦੀ ਹੈ। ਪਰ ਅਗਰ ਕੋਈ ਗੁਲਾਬ ਗੇਂਦਾ ਬਣਨ ਦਾ ਯਤਨ ਕਰੇ ਕਿਸੇ ਦੂਸਰੇ ਗੇਂਦੇ ਦੇ ਫੁੱਲ ਨੂੰ ਵੇਖ ਕੇ, ਤੇ ਫਿਰ ਗੁਲਾਬ ਨਹੀਂ ਰਹਿ ਜਾਵੇਗਾ। ਇਸੇ ਤਰ੍ਹਾਂ ਜਦੋਂ ਅਸੀਂ ਦੂਸਰੇ ਵੱਲ ਨੂੰ ਦ੍ਰਿਸ਼ਟੀ ਕਰਦੇ ਹਾਂ ਤੇ ਦਰਸ਼ਕ ਬਣ ਜਾਂਦੇ। ਭਾਈ ਗੁਰਦਾਸ ਜੀ ਨੇ ਇਸ ਦ੍ਰਿਸ਼ਟੀ ਨੂੰ ਦੂਸਰੇ ਵੱਲ ਕਰਨ ਤੋਂ ਮੁੱਢੋਂ ਹੀ ਇਨਕਾਰ ਕਰ ਦਿੱਤਾ।
ਜਦੋਂ ਭਾਈ ਗੁਰਦਾਸ ਕਹਿੰਦੇ ਰੂਪਹੀਨ, ਕੁਲਹੀਨ, ਗੁਣਹੀਨ, ਗਿਆਨਹੀਨ, ਸੋਭਾਹੀਨ, ਤਪਹੀਨ, ਭਾਗਹੀਨ, ਬਾਵਰੀ, ਦ੍ਰਿਸ਼ਟ ਦਰਸ਼ਹੀਨ। ਉਹ ਦ੍ਰਿਸ਼ਟੀ ਹੀ ਨਹੀਂ ਕਿ ਮੈਂ ਦੂਸਰੇ ਦੇ ਦਰਸ਼ਨ ਕਰਾਂ, ਦੂਸਰੇ ਵੱਲ ਵੇਖਾਂ। ਉਹ ਦ੍ਰਿਸ਼ਟੀ ਹੀ ਨਹੀਂ ਕਿ ਮੇਰੀ ਦ੍ਰਿਸ਼ਟੀ ਕਿਸੇ ਦੂਸਰੇ ਵੱਲ ਨੂੰ ਉੱਠੇ। कैसे कपड़े पहने ने, कैसे वस्त्र ने, कैसा रंग है, गोरा है या काला है, किस शहर दा है, किस जाति दा है, किस कुल दा है। ये सारे सवाल साडे अंदरों निकलते ने जदों कोई सामने आउंदा है। ਇਹ ਇਸੇ ਕਰਕੇ ਨਿਕਲਦੇ ਨੇ ਕਿਉਂਕਿ ਸਾਡੀ ਦ੍ਰਿਸ਼ਟੀ ਦੂਸਰੇ ਵੱਲ ਹੈ। ਔਰ ਇਹ ਦ੍ਰਿਸ਼ਟੀ ਜਦੋਂ ਤੱਕ ਦੂਸਰੇ ਵੱਲ ਰਹੇਗੀ, ਇਹ ਜੀਵਨ ਦਰਸ਼ਕ ਬਣਿਆ ਰਹੇਗਾ, ਆਡੀਅנס ਦੇ ਰੂਪ ਦੇ ਵਿੱਚ। ਬਿਲਕੁਲ ਉਸੇ ਤਰ੍ਹਾਂ ਕਿ ਜਿਸ ਤਰ੍ਹਾਂ ਕੋਈ ਮੈਚ ਚੱਲ ਰਿਹਾ ਹੋਵੇ ਖੇਡ ਦੇ ਮੈਦਾਨ ਦੇ ਵਿੱਚ, ਜਿੱਥੇ ਜਿੱਤ ਹਾਰ ਦਾ ਕੋਈ ਭਾਵ ਹੀ ਨਹੀਂ। ਜਿਸ ਤਰ੍ਹਾਂ ਕੋਈ ਪਰਦੇ ਤੇ ਫਿਲਮ ਚੱਲ ਰਹੀ ਹੋਵੇ, ਪਿਕਚਰ ਚੱਲ ਰਹੀ ਹੋਵੇ ਤੇ ਉਸ ਪਰਦੇ ਤੇ ਸਿਰਫ ਦ੍ਰਿਸ਼ ਨਜ਼ਰ ਆਉਂਦੇ ਹੋਣ, ਹੈਗਾ ਉੱਥੇ ਕੁਝ ਵੀ ਨਹੀਂ, ਔਰ ਮੈਂ ਦਰਸ਼ਕ ਬਣ ਕੇ ਵੇਖ ਰਿਹਾ ਹਾਂ। ਔਰ ਇਹ ਦੋਨੇ ਪੜਾਵਾਂ ਦੇ ਵਿੱਚ ਜੀਵਨ ਮਿਥਿਆ ਦੇ ਰੂਪ ਵਿੱਚ ਸੰਸਾਰ ਤੋਂ ਗੁਜ਼ਰ ਜਾਂਦਾ ਹੈ। 80-80 ਸਾਲ, 90-90 ਸਾਲ ਜੀਵਨ ਦੇ ਜਾਂ ਤੇ ਦ੍ਰਿਸ਼ ਜਾਂ ਦਰਸ਼ਕ ਬਣ ਕੇ ਗੁਜ਼ਰ ਜਾਂਦੇ ਨੇ, ਬਤੀਤ ਹੋ ਜਾਂਦੇ ਨੇ। ਔਰ ਦ੍ਰਿਸ਼ ਔਰ ਦਰਸ਼ਕ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਆਨ ਕਰਦੇ ਨੇ, ਇਹਨਾਂ ਦੋਨਾਂ ਦੇ ਵਿੱਚ ਜੋ ਭਾਵ ਹੈ ਉਹ ਮਿਥਿਆ ਦਾ ਹੈ, ਕਿਉਂਕਿ ਦ੍ਰਿਸ਼ ਵੀ ਮਿਥਿਆ ਹੈ ਔਰ ਜੋ ਦ੍ਰਿਸ਼ ਦੇਖ ਰਿਹਾ ਹੈ ਉਹ ਵੀ ਮਿਥਿਆ ਵੇਖ ਰਹੇ ਹੈ। ਜੋ ਹੈ ਉਹ ਦਿਸ ਨਹੀਂ ਰਿਹਾ ਔਰ ਜੋ ਨਹੀਂ ਹੈ ਉਸ ਨੂੰ ਵੇਖ ਰਿਹਾ ਹਾਂ। ਔਰ ਇਸ ਸੰਸਾਰ ਦੇ ਵਿੱਚ ਦ੍ਰਿਸ਼ਟਾ ਕੋਈ ਬਿਰਲਾ ਹੀ ਹੁੰਦਾ ਹੈ। ਦ੍ਰਿਸ਼ਟਾ ਉਹ ਹੈ ਜਿਸ ਦੀ ਦ੍ਰਿਸ਼ਟੀ ਦੇ ਵਿੱਚ ਦੂਸਰਾ ਹੈ ਹੀ ਨਹੀਂ, ਜਿਸ ਦੀ ਦ੍ਰਿਸ਼ਟੀ ਦੇ ਵਿੱਚ ਪ੍ਰਤੀਬਿੰਬ ਨਹੀਂ, ਜਿਸ ਦੀ ਦ੍ਰਿਸ਼ਟੀ ਵਿੱਚ ਪੂਰਨ ਪਰਮੇਸ਼ਵਰ ਪ੍ਰਗਟ ਹੋ ਚੁੱਕੇ ਹਨ, ਜਿਸ ਦੀ ਦ੍ਰਿਸ਼ਟੀ ਆਪਣੇ ਵੱਲ ਨੂੰ ਹੈ, ਜਿਸ ਦੀ ਦ੍ਰਿਸ਼ਟੀ ਨੇ ਆਪਣੇ ਅੰਦਰ ਵੱਲ ਨੂੰ ਦ੍ਰਿਸ਼ ਦੇ ਰੂਪ ਦੇ ਵਿੱਚ ਪਰਮੇਸ਼ਵਰ ਦੇ ਦਰਸ਼ਨ ਕਰ ਲਏ ਹਨ। ਇਹਨਾਂ ਪੜਾਵਾਂ ਦੇ ਵਿੱਚ ਜਦੋਂ ਕੋਈ ਜੀਵਨ ਦ੍ਰਿਸ਼ਟਾ ਦੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਫਿਰ ਦ੍ਰਿਸ਼ ਔਰ ਦਰਸ਼ਕ ਇਹ ਦੋਵੇਂ ਅਵਸਥਾ ਉਸ ਜੀਵਨ ਦੀਆਂ ਸਮਾਪਤ ਹੋ ਜਾਂਦੀਆਂ ਨੇ। ਫਿਰ ਉਹ ਜੀਵਨ ਸਿਰਫ ਤੇ ਸਿਰਫ ਆਪਣੇ ਵਿੱਚ ਸਮਾ ਜਾਂਦਾ ਹੈ, ਆਪਣੇ ਵਿੱਚ ਲੀਨ ਹੋ ਜਾਂਦਾ ਹੈ, ਆਪਣੇ ਵਿੱਚ ਹੀ ਡੁੱਬ ਜਾਂਦਾ ਹੈ। ਫਿਰ ਉਹ ਉਸ ਨੂੰ ਵੇਖਦਾ ਹੈ ਜੋ ਇਹਨਾਂ ਅੱਖਾਂ ਦੇ ਪਿੱਛੇੋਂ ਵੇਖ ਰਿਹਾ ਹੈ। ਸਹੰਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹੰਸ ਮੂਰਤ ਨਨਾ ਏਕ ਤੋਹੀ, सहस पद बिमल नन एक पद गंध बिन, सहस तव गंध इव चलत मोही, सब मह जोत जोत है सोए, तिसदै चानण सब मह चानण होए, गुर साखी जोत प्रगट होए। फिर वो जोत उसके जीवन विच प्रगट हो जाती और प्रगट होंदी है गुर साखी। आद गुरे नमः जुगाद गुरे नमः। उसका जीवन हर वक्त गुरु नूं नमन करता रहिंदा है, नमस्कार करता रहिंदा है, गुरु दी प्रेम दे विच डुबिया रहिंदा है। भावें सामने गुरु होवे ना होवे पर उसका जीवन नमस्कार करता है, झुकदा है। भावें सामने कोई असंत ही खड़ा होवे, संत ना होवे,
क्योंकि उत्थे प्रतिबिंब नहीं है, दर्शक नहीं है, वो दृष्टा है। वो इस जीवन ਨੂੰ ਜਾਗਰਤੀ ਦੇ ਰੂਪ ਵਿੱਚ ਵੇਖ ਰਹੇ ਔਰ ਜਿਸ ਦਾ ਜੀਵਨ ਪੂਰਨ ਰੂਪ ਵਿੱਚ ਜਾਗਰਤ ਹੋ ਜਾਂਦਾ ਹੈ, ਜਾਗ ਜਾਂਦਾ ਹੈ, ऐसे जीवन की जो मृत्यु है, पूर्ण जागृति विच जिस जीवन की मृत्यु है, उस जीवन का जो पुनर्जीवन है वो भी पूर्ण जागृति विच होवेगा। अज विज्ञान इस गल की खोज कर रहा है कि जिस वक्त मृत्यु होंदी है उस वक्त कॉन्शियसनेस कित्थे चली जाती, उस वक्त जागृति कित्थे होंदी। सारा जीवन और सारे जीवन की जागृति कॉन्शियसनेस वो मृत्यु के वेले कित्थे चली जाती। ये हुण दी अज दी लेटेस्ट रिसर्च इस उत्ते विज्ञान कर रहे हैं। पर विज्ञान ते अज इस उत्ते रिसर्च शुरू कर रहा है, इस दे उत्ते ते धर्म हज़ारां साल पहला रिसर्च कर चुके हैं कि जदों जीवन का जन्म हुंदा है उस वक्त जागृति कित्थे हुंदी है। जदों असी इस संसार विच आउंदे हां उदों जागृति कित्थे हुंदी। उदों ना ते मस्तिष्क काम करदा है, ना हिरदे काम करदा है। विज्ञान कहता है या तो मस्तिष्क रुक जाए या हिरदे हार्ट रुक जाए तो डैथ हो जाती, मृत्यु हो जाती। पर जदों गर्भ दे विच एक छोटा जिहा बालक हुंदा है, मांस का टुकड़ा, तो मांस के टुकड़े विच जागृति पैदा हुंदी है। तो जागृति हुंदी कित्थे है? वो जागृति नाभि दे विच हुंदी है, धुनी दे विच हुंदी। जिथों एक बच्चा सोचदा है, जिथों एक बच्चा फूड लैंदा है, भोजन लैंदा है, आहार लैंदा है, अपने जीवन नूं तोरदा है, जदों संसार दे विच आउंदा है ते फिर जागृति वक्खो वखरियां थावां ते वक्खो वखरे समय ते आके जिस तरह जदों ही जन्म हुंदा है उदों जागृति मस्तिष्क विच नहीं हुंदी। जे हुंदी तां फिर जन्म लैंदे ही बच्चे नूं सब कुछ याद होना चाहिदा सी। एक 20 साल के बच्चे नूं अगर पुछया जावे भी जन्म कित्थे होया सी, कदों होया सी, किद्दां होया सी, वो नहीं दस सकदा क्योंकि उस वक्त मस्तिष्क विच जागृति है ही नहीं सी। मस्तिष्क विकसित ते होया सी पर मस्तिष्क विच जागृति नहीं सी। इस करके मस्तिष्क का जो मार्ग है, तर्क का जो मार्ग है, वो परमात्मा तक नहीं पहुंचा सकता क्योंकि ले जावेगा उत्थे तक, पर तर्क दे नाल लेके जावेगा। उस वक्त जागृति हिरदे विच हुंदी। हिरदे नूं चुनिया संतां ने परमेश्वर दे मार्ग ते जाण दे लई। जिवें भगत कबीर कहंदे ने, चल रे बैकुंठ तुझै ले तारूं, हिचै तां प्रेम के चाबुक मारूं। हिरदा जिहड़ा सी वो तर्क और अकथ इन्हां दोनां दे विचकार सी, जिथों यात्रा संभव हो सकदी। भाई वीर सिंह जी नूं मैं पढ़ रहा सी ते भाई वीर सिंह जी लिखते ने कि जदों हिरदा और हिरदे तो अगां मस्तिष्क तमस ने घेर लिया होवे
ਚਾਰੇ ਪਾਸਿਆਂ ਤੋਂ ਤਮਸ ਭਾਰੀ ਹੋ ਗਈ ਹੋਵੇ, ਉਹ ਗੁਣ ਭਾਰੀ ਹੋ ਗਏ ਹੋਣ ਜੋ ਮਸਤਿਸ਼ਕ ਨੂੰ ਜ਼ਮੀਨ ਵੱਲ ਖਿੱਚਦੇ ਨੇ, ਹੇਠਾਂ ਨੂੰ ਲੈ ਕੇ ਜਾਂਦੇ ਨੇ। ਕ੍ਰੋਧ ਹੈ, ਕਾਮ ਹੈ, ਲੋਭ ਹੈ, ਪਰ ਇਸ ਦੀ ਜਾਗਰਤੀ ਹੋਣਾ ਵੀ ਹੁਣ ਮੈਂ ਤਮਸ ਵਿੱਚ ਹਾਂ, ਇਹ ਵੀ ਨਿਰੰਤਰ ਅਭਿਆਸ ਦੇ ਰਾਹੀਂ ਹੀ ਪ੍ਰਗਟ ਹੋ ਸਕਦਾ ਹੈ। ਜਦੋਂ ਜੀਵਨ ਨੂੰ ਤਮਸ ਨੇ ਖਿੱਚ ਲਿਆ ਹੋਵੇ ਤੇ ਫਿਰ ਤਮਸ ਦੇ ਰਾਹੀਂ ਸਤਸ ਗੁਣ ਵੱਲ ਨਹੀਂ ਵਧਿਆ ਜਾ ਸਕਦਾ, ਮਸਤਿਸ਼ਕ ਰਾਹੀਂ ਨਹੀਂ ਵਧਿਆ ਜਾ ਸਕਦਾ, ਤਰਕ ਰਾਹੀਂ ਨਹੀਂ ਵਧਿਆ ਜਾ ਸਕਦਾ। ਭਾਈ ਵੀਰ ਸਿੰਘ ਜੀ ਉਸ ਨੂੰ ਲਿਖਦੇ ਨੇ, ਫਿਰ ਉਸ ਨੂੰ ਰਜਸ ਵੱਲ ਮੋੜਿਆ ਜਾਵੇ। ਰਜਸ ਰਾਹੀਂ ਸੌਖਾ ਸਤਸ ਵੱਲ ਨੂੰ ਜਾਇਆ ਜਾ ਸਕਦਾ, ਸਤੋ ਵੱਲ ਜਾਇਆ ਜਾ ਸਕਦਾ। ਉਦੋਂ ਤੱਕ ਵਿਸ਼ਰਾਮ ਕਰਨਾ ਹੀ ਉਚਿਤ ਹੋਵੇਗਾ। ਇਹ ਮੰਨ ਲੈਣਾ ਚਾਹੀਦਾ ਹੈ ਵੀ ਹੁਣ ਰਾਤ ਪੈ ਗਈ ਹੈ ਤੇ ਹੁਣ ਥੋੜਾ ਵਿਸ਼ਰਾਮ ਕਰ ਲੈਣਾ ਚਾਹੀਦਾ। ਉੱਥੇ ਲੜਾਈ ਨਹੀਂ ਕਰਨੀ, ਜ਼ਬਰਦਸਤੀ ਨਹੀਂ ਕਰਨੀ। ਉੱਥੇ ਜੀਵਨ ਨੂੰ ਵਿਸ਼ਰਾਮ ਵੱਲ ਨੂੰ ਲੈ ਜਾਣਾ ਹੈ। ਜਿਸ ਤਰ੍ਹਾਂ ਸਵੇਰ ਤੋਂ ਸ਼ਾਮ ਤੱਕ ਦੌੜ ਭੱਜ ਕਰਕੇ ਜਦੋਂ ਰਾਤ ਪੈ ਜਾਂਦੀ ਹੈ ਤੇ ਫਿਰ ਥੋੜਾ ਵਿਸ਼ਰਾਮ ਵੀ ਜ਼ਰੂਰੀ ਹੈ, ਉਸੇ ਤਰ੍ਹਾਂ ਜਦੋਂ ਜੀਵਨ ਤਮਸ ਨੇ ਘੇਰ ਲਿਆ ਹੋਵੇ ਤੇ ਜੀਵਨ ਨੂੰ ਵਿਸ਼ਰਾਮ ਦੀ ਅਵਸਥਾ ਵਿੱਚ ਲੈ ਜਾਓ। ਸੰਤਾਂ ਨੇ ਫਿਰ ਉਸ ਨੂੰ ਹਿਰਦੇ ਦਾ ਮਾਰਗ ਦੱਸਿਆ, ਪ੍ਰੇਮ ਦਾ ਮਾਰਗ ਦੱਸਿਆ, ਔਰ ਪ੍ਰੇਮ ਦੇ ਮਾਰਗ ਤੋਂ ਜੋ ਯਾਤਰਾ ਕਰਦਾ ਹੈ ਉਹ ਉਸ ਦੀ ਯਾਤਰਾ ਸੌਖੀ ਹੋ ਜਾਂਦੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਨੂੰ ਬਿਆਨ ਕਰਦੇ ਨੇ, ਸਾਚ ਕਹੂੰ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਔਰ ਜਦੋਂ ਇਹ ਆਖਿਆ ਜਾਂਦਾ ਹੈ ਵੀ ਪ੍ਰੇਮ ਕਰਨਾ ਹੈ ਤੇ ਫਿਰ ਅਸੀਂ ਦੂਸਰੇ ਨੂੰ ਲੱਭਦੇ। ਇੱਕ ਮਾਂ ਬੱਚੇ ਨੂੰ ਲੱਭਦੀ, ਪ੍ਰੇਮ ਕਰਨ ਦੇ ਲਈ ਕੋਈ ਦੂਸਰਾ ਚਾਹੀਦਾ। ਪਤੀ ਪਤਨੀ ਨੂੰ ਲੱਭਦਾ, ਪਤਨੀ ਪਤੀ ਨੂੰ ਲੱਭਦੀ। ਦੂਸਰੇ ਨੂੰ ਲੱਭਿਆ ਜਾਂਦਾ ਹੈ ਜਦੋਂ ਪ੍ਰੇਮ ਕਰਨ ਦੀ ਗੱਲ ਹੁੰਦੀ। ਪਰ ਪ੍ਰੇਮ ਦੇ ਲਈ ਦੂਸਰੇ ਦੀ ਜ਼ਰੂਰਤ ਨਹੀਂ। ਜਿੱਥੇ ਦੂਸਰਾ ਆ ਜਾਵੇ ਉੱਥੇ ਤੇ ਪ੍ਰੇਮ ਹੈ ਹੀ ਨਹੀਂ। ਜਿੱਥੇ ਦੂਸਰੇ ਦਾ ਸਵਾਲ ਆ ਜਾਵੇ ਉੱਥੇ ਤਾਂ ਪ੍ਰੇਮ ਸਮਾਪਤ ਹੋ ਜਾਂਦਾ ਹੈ, ਉੱਥੇ ਤੇ ਵਪਾਰ ਸ਼ੁਰੂ ਹੋ ਜਾਂਦਾ ਹੈ। ਫਿਰ ਇਹਨੂੰ ਭਗਤਾਂ ਨੇ ਬਿਆਨ ਕੀਤਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੁਣ ਦੂਸਰਾ ਤੇ ਰਿਹਾ ਹੀ ਨਹੀਂ। कनक कटक जल तरंग जैसा, जब हम होते तब तू नाही, अब तू ही मैं नाही। अनल अगम जैसे लहर में ओदद जल केवल जल माही। माधवे क्या कहिए भ्रम ऐसा, जैसा मानिए होए ना तैसा। इस जीवन का जो भरम है, जो वेख रहा हाँ दृश्य, दर्शक बन के ना वो दृश्य उथे है ना वो दर्शक उथे है। जदों जीवन दृश्य और दर्शक दे पड़ाव तो बाहर हो जाए फिर जीवन दृष्टा बनता है। फिर जीवन ठाकुर गाइए आत्म रंग, फिर जीवन विचों संगीत पैदा होंदा है, फिर जीवन विचों कविता पैदा होंदी। इसे करके संतां ने जो मार्ग चुनिया वो कविता का चुनिया। उन्होंने कविता इस करके नहीं गाई, गीत इस करके नहीं गाए कि किसी नूं प्रभावित करन जां किसी दे राही अपने आप नूं वडियाउण। उन्हां गीत इस करके गाए क्योंकि उन्हां दे अंदरों गीत प्रगट होए। फिर उन्हां दे गीत, उन्हां दे बोल नहीं सन। जिथे गुरु साहिब कहते नानक कथना करड़ा सार,
ਅਗਰ ਕੋਈ ਬੁੱਧੀ ਦੇ ਨਾਲ ਉਸ ਨੂੰ ਬਿਆਨ ਕਰਨਾ ਚਾਹੇ ਤੇ ਉਹ ਫਿਰ ਕਥਨ ਨਹੀਂ ਕਰ ਸਕਦਾ, ਬਿਆਨ ਨਹੀਂ ਕਰ ਸਕਦਾ, ਕਿਉਂਕਿ ਬੁੱਧੀ ਦਾ ਵਿਸ਼ਾ ਨਹੀਂ, ਦ੍ਰਿਸ਼ ਔਰ ਦਰਸ਼ਕ ਦਾ ਵਿਸ਼ਾ ਹੀ ਨਹੀਂ। ਇਹ ਤੇ ਕੋਈ ਉਸ ਵਿੱਚ ਸਮਾ ਜਾਏ, ਡੁੱਬ ਜਾਏ, ਫਿਰ ਉਸ ਵਿੱਚ ਡੁੱਬਿਆ ਹੋਇਆ ਜੋ ਬੋਲ ਉਸ ਵਿੱਚੋਂ ਪ੍ਰਗਟ ਹੁੰਦੇ ਨੇ, ਉਹ ਬੋਲ ਫਿਰ ਉਸ ਦੇ ਆਪਣੇ ਨਹੀਂ ਹੁੰਦੇ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਉਹ ਬੋਲ ਪ੍ਰਮਾਤਮਾ ਦੇ ਹੁੰਦੇ। ਹਜ਼ਰਤ ਮੁਹੰਮਦ ਸਾਹਿਬ ਨਾ ਤੇ ਲਿਖਣਾ ਆਉਂਦਾ ਸੀ, ਨਾ ਤੇ ਪੜ੍ਹਨਾ ਆਉਂਦਾ ਸੀ। ਇਹ ਇੱਕ ਪ੍ਰਤੀਕ ਹੈ, ਜਦੋਂ ਜੀਵਨ ਮਸਤਿਸ਼ਕ ਤੋਂ ਪਰਾਂ ਹੋ ਜਾਏ, ਨਾ ਤੇ ਲਿਖਣ ਦਾ ਦਾਵਾ ਕਰੇ, ਨਾ ਪੜ੍ਹਨ ਦਾ ਦਾਵਾ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਹੁਤ ਸਾਰੇ ਐਸੇ ਭਗਤਾਂ ਦੀ ਬਾਣੀ ਹੈ ਜਿਹੜੇ ਕਦੀ ਵਿਦਿਆਲੇ ਨਹੀਂ ਗਏ, ਪਾਠਸ਼ਾਲਾ ਨਹੀਂ ਗਏ, ਜਿਹੜੇ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਪੜ੍ਹੇ, ਜਿਨ੍ਹਾਂ PhD ਜਿਹੀਆਂ ਡਿਗਰੀਆਂ ਨਹੀਂ ਲਈਆਂ, ਪਰ ਧਰਮ ਡਿਗਰੀਆਂ ਦਾ ਵਿਸ਼ਾ ਹੀ ਨਹੀਂ, ਧਰਮ ਮਸਤਿਸ਼ਕ ਦਾ ਵਿਸ਼ਾ ਹੀ ਨਹੀਂ। ਇੱਥੇ ਤੇ ਆਪ ਗਵਾਈਏ ਤਾਂ ਕਿਛ ਪਾਈਏ। ਜਦੋਂ ਤੱਕ ਕੋਈ ਆਪਣਾ ਆਪ ਨਹੀਂ ਗਵਾ ਦਿੰਦਾ, ਪਰ ਜਦੋਂ ਐਸੇ ਜੀਵਨ ਦੇ ਵਿੱਚੋਂ ਜੋ ਨਾ ਲਿਖਣਾ ਜਾਣਦਾ ਨਾ ਪੜ੍ਹਨਾ ਜਾਣਦਾ, ਜਦੋਂ ਸਮਰਪਿਤ ਹੋ ਜਾਂਦਾ ਹੈ, ਫਿਰ ਕੁਰਾਨ ਦੀਆਂ ਮੁਕੱਦਸ ਆਇਤਾਂ ਪ੍ਰਗਟ ਹੁੰਦੀਆਂ, ਫਿਰ ਉਸ ਵਿੱਚੋਂ ਖੁਦਾ ਬੋਲਦਾ ਹੈ, ਪਰਮਾਤਮਾ ਆਪ ਬੋਲਦਾ ਹੈ। ਇਹ ਜੀਵਨ ਨਾ ਦਰਸ਼ਕ ਹੈ ਨਾ ਦ੍ਰਿਸ਼ ਹੈ, ਇਹ ਜੀਵਨ ਦ੍ਰਿਸ਼ਟਾ ਬਣ ਚੁੱਕੇ। ਫਿਰ ਐਸੇ ਜੀਵਨ ਦਾ ਬੋਲਿਆ ਉਹਨਾਂ ਦਾ ਆਪਣਾ ਬੋਲਿਆ ਨਹੀਂ ਹੁੰਦਾ। ਉਹ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਹਾਂ ਆਪੋ ਬੋਲਣਾ ਜਾਣਦਾ, ਔਰ ਉਹਨਾਂ ਇਸ ਗੱਲ ਨੂੰ ਐਕਸੈਪਟ ਵੀ ਕੀਤਾ, ਇਹ ਮੇਰੇ ਬੋਲ ਹੈ ਹੀ ਨਹੀਂ, ਕਿਉਂਕਿ ਨਾਨਕ ਕਥਨਾ ਕਰੜਾ ਸਾਰ, ਮੇਰਾ ਮਸਤਿਸ਼ਕ ਮੇਰੀ ਬੁੱਧੀ ਉਸ ਨੂੰ ਬਿਆਨ ਹੀ ਨਹੀਂ ਕਰ ਸਕਦੀ। ਇਹ ਤੇ ਪ੍ਰਮਾਤਮਾ ਆਪ ਹੈ, ਇਹ ਤੇ ਪ੍ਰਭੂ ਆਪ ਹੈ। ਔਰ ਐਸੇ ਸੰਸਾਰ ਦੇ ਵਿੱਚ ਭਗਤ ਕਬੀਰ, ਭਗਤ ਰਵਿਦਾਸ, ਭਗਤ ਧੰਨਾ, ਭਗਤ ਬੇਣੀ, ਭਗਤ ਸੂਰਦਾਸ, ਜਿਨ੍ਹਾਂ ਦੇ ਅੰਦਰੋਂ ਪਰਮੇਸ਼ਵਰ ਆਪ ਬੋਲੇ, ਜਿਨ੍ਹਾਂ ਦੇ ਅੰਦਰੋਂ ਪਰਮੇਸ਼ਵਰ ਆਪ ਪ੍ਰਗਟ ਹੋਇਆ। ਕਿਉਂ? ਕਿਉਂਕਿ ਉਹਨਾਂ ਦਾ ਜੀਵਨ ਦ੍ਰਿਸ਼ਟਾ ਬਣ ਗਿਆ, ਉਹਨਾਂ ਦੀ ਦ੍ਰਿਸ਼ਟੀ ਆਪਣੇ ਉੱਤੇ ਪਈ, ਉਹਨਾਂ ਆਪਣੇ ਆਪ ਨੂੰ ਵੇਖਿਆ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਜਦੋਂ ਦ੍ਰਿਸ਼ਟੀ ਆਪਣੇ ਉੱਤੇ ਹੋ ਜਾਏ, ਜਦੋਂ ਜੀਵਨ ਆਪਣੇ ਆਪ ਦਾ ਸਰਵੇਖਣ ਕਰਨ ਲੱਗ ਪਏ, ਜਦੋਂ ਜੀਵਨ ਆਪਣੇ ਆਪ ਨੂੰ ਵੇਖਣ ਲੱਗ ਜਾਏ, ਜਦੋਂ ਆਪਣੇ ਆਪ ਦੇ ਦਰਸ਼ਨ ਕਰਨ ਲੱਗ ਜਾਏ, ਜਦੋਂ ਆਪਣੇ ਸਰੀਰ ਔਰ ਆਪਣੇ ਸਰੀਰ ਤੋਂ ਅੰਦਰ ਆਪਣੀ ਆਤਮਾ ਤੱਕ ਅਪੜ ਜਾਏ, ਉਦੋਂ ਫਿਰ ਪਰਮ ਆਤਮਾ ਦੇ ਦੁਆਰ ਖੁੱਲਦੇ ਨੇ। ਜਦੋਂ ਤੱਕ ਜੀਵਨ ਬਾਹਰ ਦੀ ਯਾਤਰਾ ਤੇ ਰਹੇਗਾ, ਉਦੋਂ ਤੱਕ ਆਤਮਾ ਤੱਕ ਅਪੜ ਨਹੀਂ ਸਕਦਾ, ਤੇ ਪਰਮ ਆਤਮਾ ਦੇ ਦੁਆਰ ਤੇ ਬਹੁਤ ਦੂਰ ਦੀ ਗੱਲ ਹੈ। ਸੋ ਜੀਵਨ 3 ਪੜਾਵਾਂ ਵਿੱਚ ਜਿਉਂਦਾ ਹੈ। ਬਹੁਤੇ ਲੋਕ ਦ੍ਰਿਸ਼ ਬਣ ਕੇ ਜਿਉਂਦੇ ਨੇ, ਬਹੁਤੇ ਲੋਕ ਦਰਸ਼ਕ ਬਣ ਕੇ ਜਿਉਂਦੇ ਨੇ, ਔਰ ਇਸ ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਹੈ। ਗੁਰਜੀਐਫ ਨੇ ਇੱਕ ਸੂਚੀ ਦੱਸੀ ਵੀ ਹੁਣ ਤੱਕ ਕਿੰਨੇ ਕੁ ਲੋਕ ਦ੍ਰਿਸ਼ਟਾ ਬਣੇ। ਉਹਨੇ ਸਿਰਫ 6 ਬੰਦਿਆਂ ਦੇ ਨਾਂ ਦੱਸੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਇੱਕ ਯੁੱਗ ਦੇ ਵਿੱਚ 6 ਬੰਦਿਆਂ ਦੇ ਨਾਮ ਸਿਰਫ, ਜੋ ਜੀਵਨ ਨੂੰ ਦ੍ਰਿਸ਼ਟਾ ਦੇ ਰੂਪ ਵਿੱਚ ਵੇਖਦੇ ਨੇ।
ਸੋ ਸਤਿਗੁਰੂ ਬਖਸ਼ਿਸ਼ ਕਰਨ, ਰਹਿਮਤ ਕਰਨ ਸਾਡੇ ਸਾਰਿਆਂ ਤੇ। ਸਾਡਾ ਜੀਵਨ, ਸਾਡੀ ਦ੍ਰਿਸ਼ਟੀ ਸਾਡੇ ਆਪਣੇ ਜੀਵਨ ਵੱਲ ਰੂਪਾਂਤਰਿਤ ਹੋ ਜਾਏ ਤੇ ਇਹ ਜੀਵਨ ਆਪਣੇ ਆਪ ਦੇ ਰਾਹੀਂ ਪਰਮ ਆਤਮਾ ਦੇ ਦੀਦਾਰ ਕਰਨ ਵਿੱਚ ਸਮਰੱਥ ਹੋ ਸਕਦਾ ਹੈ। ਸਾਡਾ ਸਾਰਿਆਂ ਦਾ ਸੰਸਾਰ ਵਿੱਚ ਆਉਣਾ ਪ੍ਰਵਾਨ ਹੋ ਸਕਦਾ ਹੈ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਭਾਈ ਗੁਰਮਨਪ੍ਰੀਤ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਯਾ ਕੀਤਾ ਸੀ ਕੇਵਲ ਸਿੰਘ ਨੂੰ ਫੋਨ? ਕਿੱਥੇ ਗਏ? ਕਿੱਥੇ ਕਰਾਤਾ ਪ੍ਰਕਾਸ਼?